ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਨੋਦ ਸਿੰਘ ਜੀ ਸਾਹਿਬ ਜੀ ਸਮੂਹ ਸ਼ਹੀਦ ਫੌਜਾਂ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜੀ। ਜਿਹੜਾ ਵੀ ਪੁਰਾਣੇ ਸ਼ਹੀਦ ਸਿੰਘਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰਦਾ ਹੈ, ਉਹਨਾਂ ਦੇ ਦੁੱਖ ਦਲਿੱਦਰ ਸਾਰੇ ਹੀ ਦੂਰ ਹੋ ਜਾਂਦੇ ਹਨ। ਸਾਧ ਸੰਗਤ ਜੀ, ਸ਼ਹੀਦਾਂ ਦੇ ਵਿੱਚ ਐਸੀ ਸ਼ਕਤੀ ਹੈ, ਜਿਹੜਾ ਵੀ ਕੋਈ ਉਹਨਾਂ ਦੇ ਦਰ ਤੇ ਝੁਕਦਾ ਹੈ, ਅਰਜ਼ੋਈ ਕਰਦਾ ਹੈ, ਨੀਵਾਂ ਹੋ ਕੇ ਬੇਨਤੀ ਕਰਦਾ ਹੈ, ਪ੍ਰੇਮ ਸਹਿਤ ਬੇਨਤੀ ਕਰਦਾ ਹੈ, ਸ਼ਹੀਦ ਸਿੰਘ ਉਹਨਾਂ ਨੂੰ ਉੱਚਾ ਦਰਜਾ ਦਿੰਦੇ ਹਨ, ਭਾਵ ਕਿ ਖੁਸ਼ੀਆਂ ਦੇ ਨਾਲ ਨਿਵਾਜਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਲਾਡਲੀਆਂ ਫੌਜਾਂ, ਨਿਹੰਗ ਫੌਜਾਂ, ਜਿਨ੍ਹਾਂ ਨੇ ਆਪਾ ਪੰਥ ਲਈ ਵਾਰਿਆ, ਦੇਸ਼ ਕੌਮ ਲਈ ਵਾਰਿਆ, ਉਹਨਾਂ ਸ਼ਹੀਦ ਸਿੰਘਾਂ ਦੀ ਤਾਕਤ ਨੂੰ ਖਾਲਸਾ ਜੀ ਕੋਈ ਕਹਿ ਨਹੀਂ ਸਕਦਾ। ਤੇ ਕੋਈ ਜਿਹੜੇ ਐਸੇ ਸ਼ਹੀਦ ਸਿੰਘ ਫੌਜਾਂ ਨੂੰ ਖੁਸ਼ ਕਰ ਲੈਂਦੇ ਹਨ, ਉਹਨਾਂ ਦੇ ਵਾਰੇ ਨਿਆਰੇ ਸਦਾ ਹੀ ਰਹਿੰਦੇ ਹਨ। ਸਾਧ ਸੰਗਤ ਜੀ, ਇੱਕ ਪਰਿਵਾਰ ਨੇ ਆਪਣੀ ਹੱਡ ਬੀਤੀ ਸੁਣਾਈ। ਉਹ ਕਹਿਣ ਲੱਗੇ ਕਿ ਸਾਡੇ ਕੋਲ 15 ਦੁਕਾਨਾਂ ਸਨ ਤੇ ਅਸੀਂ ਉਹ ਦੁਕਾਨਾਂ ਕਿਰਾਏ ਉੱਤੇ ਦਿੱਤੀਆਂ ਹੋਈਆਂ ਸਨ। ਉਹਨਾਂ ਵਿੱਚੋਂ 5 ਦੁਕਾਨਾਂ ਸਾਡੀਆਂ ਆਪਣੀਆਂ ਸਨ, ਜਿਹਦੇ ਵਿੱਚ ਅਸੀਂ ਇੱਕ ਵਿੱਚ ਕਰਿਆਨੇ ਦਾ ਕੰਮ ਕਰਦੇ ਸੀ ਤੇ ਦੂਸਰੀ ਵਿੱਚ ਅਸੀਂ ਡੇਅਰੀ ਦਾ ਕੰਮ ਕਰਦੇ ਸੀ ਤੇ ਤੀਜੀ ਵਿੱਚ ਅਸੀਂ ਖਲ ਵਗੈਰਾ ਰੱਖੀ ਹੋਈ ਸੀ। ਇੱਕ ਜਿਹੜੀ ਸੀ ਉਹਦੇ ਵਿੱਚ ਮੇਰੀ ਘਰਵਾਲੀ ਜਿਹੜੀ ਸੀ ਉਹ ਕੱਪੜੇ ਸੀਣ ਦਾ ਕੰਮ ਕਰਦੀ ਸੀ। ਇੱਦਾਂ ਅਸੀਂ 4-5 ਦੁਕਾਨਾਂ ਵਿੱਚ ਆਪਣਾ ਹੀ ਕਾਰੋਬਾਰ ਕਰਦੇ ਸੀ। ਬਾਕੀ ਜਿਹੜੀਆਂ ਦੁਕਾਨਾਂ ਸਨ ਉਹ ਅਸੀਂ ਕਿਰਾਏ ਤੇ ਚਾੜੀਆਂ ਹੋਈਆਂ ਸਨ ਤੇ 10-15 ਹਜ਼ਾਰ ਦੇ ਕਰੀਬ ਸਾਨੂੰ ਉਹਨਾਂ ਦਾ ਕਿਰਾਇਆ ਵੀ ਆ ਜਾਂਦਾ ਸੀ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਹਨ ਕਿ ਸਾਡੇ ਉੱਪਰ ਕਿਰਪਾ ਸੀ। ਘਰ ਵਿੱਚ ਜਿਹੜਾ ਪੈਸਾ ਸੀ ਉਹ ਵੀ ਚੰਗਾ ਸੀ। ਕਹਿੰਦੇ ਅਸੀਂ ਜਦੋਂ ਪੈਸਾ ਜਿਹੜਾ ਜੋੜਿਆ ਹੋਇਆ ਸੀ, ਅਸੀਂ ਸੋਚਿਆ ਕਿ ਅਸੀਂ ਚਲੋ ਕੋਈ ਜ਼ਮੀਨ ਹੀ ਖਰੀਦ ਲੈਂਦੇ ਹਾਂ। ਕਹਿੰਦੇ ਕਿ ਅਸੀਂ ਜ਼ਮੀਨ ਖਰੀਦ ਲਈ, ਭਾਵ ਕਿ ਜਿਹੜਾ ਵੀ ਸਾਡਾ ਜੋੜਿਆ ਹੋਇਆ ਪੈਸਾ ਸੀ ਉਹ ਜ਼ਮੀਨ ਖਰੀਦਣ ਦੇ ਵਿੱਚ ਲੱਗ ਗਿਆ। ਫਿਰ ਉਹ ਦੱਸਦੇ ਹਨ ਕਿ ਬਾਅਦ ਵਿੱਚ ਸਾਡਾ ਹੱਥ ਥੋੜਾ ਜਿਹਾ ਟਾਈਟ ਹੋ ਗਿਆ ਤੇ ਸਾਨੂੰ ਲੱਗਿਆ ਕਿ ਜੇਕਰ ਹੁਣ ਅਸੀਂ ਜ਼ਮੀਨ ਵਾਵਾਂਗੇ ਤਾਂ ਹੀ ਫਿਰ ਕੋਈ ਪੈਸਾ ਆਵੇਗਾ। ਕਹਿੰਦੇ ਜਦੋਂ ਅਸੀਂ ਜ਼ਮੀਨ ਖਰੀਦ ਲਈ, ਉਸ ਤੋਂ ਬਾਅਦ ਅਸੀਂ ਤੇ ਸਾਡੇ ਨਾਲ ਕਹਿੰਦੇ ਕਿ ਇਹੋ ਜਿਹੀ ਖੇਡ ਵਰਤੀ ਕਿ ਸਾਡੇ ਘਰ ਵਿੱਚ ਪੈਸਾ ਆਉਣੋਂ ਹੀ ਬੰਦ ਹੋ ਗਿਆ। ਪਹਿਲਾਂ ਇੱਕ ਬੰਦੇ ਨੇ ਦੁਕਾਨ ਛੱਡੀ ਤੇ ਫਿਰ ਦੂਸਰੇ ਨੇ ਛੱਡੀ। ਇੱਦਾਂ ਕਰਦਿਆਂ ਕਰਦਿਆਂ ਸਾਡੀਆਂ ਸਾਰੀਆਂ ਹੀ ਦੁਕਾਨਾਂ ਖਾਲੀ ਹੋ ਗਈਆਂ। ਕਹਿੰਦੇ ਕਿ ਉਸ ਤੋਂ ਬਾਅਦ ਪਹਿਲਾਂ ਮੇਰੀ ਘਰਵਾਲੀ ਦੇ ਕੋਲ ਬਹੁਤ ਹੀ ਸੂਟ ਸੀਪਣ ਲਈ ਆਉਂਦੇ ਹੁੰਦੇ ਸੀ। ਫਿਰ ਉਹ ਆਪਣੀ ਮਿਹਨਤ ਦੇ ਨਾਲ 25-30 ਹਜ਼ਾਰ ਰੁਪਇਆ ਵੀ ਕਮਾ ਲੈਂਦੀ ਸੀ। ਕਹਿੰਦੇ ਕਿ ਉਹ ਵੀ ਬੰਦ ਦੁਕਾਨ ਸਾਡੀ ਹੋ ਗਈ। ਉਸ ਤੋਂ ਬਾਅਦ ਖਲ ਵਾਲੀ ਦੁਕਾਨ ਵੀ ਬੰਦ ਹੋ ਗਈ। ਸਾਡਾ ਕੰਮ ਇੱਦਾਂ ਰੁਕਿਆ ਕਿ ਪਤਾ ਨਹੀਂ ਕੀ ਹੋ ਗਿਆ। ਸਾਰਾ ਸਾਡੇ ਕੋਲ ਸਮਾਨ ਹੁੰਦਿਆਂ ਹੋਇਆਂ ਵੀ ਕੋਈ ਵੀ ਗਾਹਕ ਨਹੀਂ ਸੀ ਆਉਂਦਾ, ਕੋਈ ਵੀ ਕਮਾਈ ਨਹੀਂ ਸੀ ਹੁੰਦੀ। ਉਸ ਤੋਂ ਬਾਅਦ ਸਾਡਾ ਖਰਚਾ ਵੱਧ ਹੋ ਜਾਂਦਾ ਸੀ। ਕਹਿੰਦੇ ਐਵੇਂ ਹੀ ਸਾਡੇ ਘਰ ਕੋਈ ਖੇਡ ਬਣੀ। ਅਸੀਂ ਨਹੀਂ ਜਾਣਦੇ ਕਿ ਸਾਡੇ ਨਾਲ ਕੀ ਹੋਇਆ ਤੇ ਕਿਉਂ ਹੋਇਆ। ਸਾਨੂੰ ਇਹਦੇ ਬਾਰੇ ਕੋਈ ਵੀ ਗਿਆਨ ਨਹੀਂ ਸੀ। ਕਹਿੰਦੇ ਅਸੀਂ ਬੜਾ ਪੁੱਛਿਆ, ਪੰਡਤਾਂ ਵਗੈਰਾ ਦੇ ਕੋਲ ਵੀ ਗਏ, ਕਈ ਸਿਆਣਿਆਂ ਦੇ ਕੋਲ ਵੀ ਗਏ ਕਿ ਸਾਡੇ ਘਰ ਵਿੱਚ ਕੀ ਹੋ ਗਿਆ ਹੈ। ਸਾਧ ਸੰਗਤ ਜੀ, ਕਿਉਂਕਿ ਕਲਯੁਗ ਦੇ ਵਿੱਚ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਝਟਪਟ ਜਿਹੜਾ ਕੰਮ ਹੈ ਉਹ ਸਫਲਾ ਹੋ ਜਾਵੇ, ਝਟਪਟ ਮੈਨੂੰ ਹਰ ਚੀਜ਼ ਪ੍ਰਾਪਤ ਹੋ ਜਾਵੇ, ਪਰ ਇੱਦਾਂ ਨਹੀਂ ਹੁੰਦਾ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਸਾਰੇ ਹੀ ਪਦਾਰਥ ਨੇ, ਪਰ ਜਿਨ੍ਹਾਂ ਦੇ ਅੰਦਰ ਸਬਰ, ਸੰਤੋਖ ਤੇ ਭਾਵਨਾ ਹੁੰਦੀ ਹੈ, ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਗਾੜੀ ਕੋਈ ਵੀ ਜਿਹੜੀ ਤੁਸੀਂ ਇੱਛਾ ਰੱਖਦੇ ਹੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਦੀ ਇੱਛਾ ਤੁਹਾਡੀ ਪੂਰੀ ਕਰ ਦਿੰਦੇ ਹਨ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਜੀ ਦੇ ਅੱਗੇ ਉਹਨਾਂ ਨੇ ਬੜੀਆਂ ਹੀ ਅਰਦਾਸਾਂ ਕੀਤੀਆਂ ਤੇ ਕਹਿੰਦੇ ਕਿ ਸਾਨੂੰ ਕੋਈ ਵੀ ਰਸਤਾ ਨਹੀਂ ਲੱਭਾ। ਅਸੀਂ ਬਹੁਤ ਹੀ ਦੁਖੀ ਤੇ ਪਰੇਸ਼ਾਨ ਹੋ ਗਏ। ਸਾਡਾ ਘਰ ਹੀ ਕਹਿੰਦੇ ਕਿ ਮੁੱਦਾ ਹੋ ਗਿਆ। ਅਸੀਂ ਜਿਹੜੀ ਜ਼ਮੀਨ ਖਰੀਦੀ ਸੀ, ਅਸੀਂ ਉਹ ਵੀ ਸੋਚਿਆ ਕਿ ਕਿਸੇ ਨੂੰ ਠੇਕੇ ਤੇ ਦੇ ਦਈਏ, ਪਰ ਉਹ ਵੀ ਕੋਈ ਲੈ ਨਹੀਂ ਸੀ ਰਿਹਾ। ਅਸੀਂ ਇੱਦਾਂ ਕੀ ਕੀਤਾ ਕਿ ਅਸੀਂ ਆਪ ਹੀ ਵਾਹੁਣੀ ਸ਼ੁਰੂ ਕਰ ਦਿੱਤੀ, ਆਪ ਹੀ ਵਾਹ ਲੈਂਦੇ ਸੀ
ਕਹਿੰਦੇ ਜਦੋਂ ਅਸੀਂ ਜ਼ਮੀਨ ਵਾਹੁਣੀ ਸ਼ੁਰੂ ਕੀਤੀ, ਪਹਿਲਾਂ ਸਾਡੇ ਦੋਵੇਂ ਟਰੈਕਟਰ ਖਰਾਬ ਹੋ ਗਏ। ਉਸ ਤੋਂ ਬਾਅਦ ਅਸੀਂ ਜਿਹੜਾ ਬੀਜ ਪਾਇਆ ਸੀ ਉਹ ਕਿਤੇ ਕਿਤੇ ਫਸਲ ਹੋਈ ਤੇ ਕਿਤੇ ਕਿਤੇ ਨਾ ਹੋਈ। ਫਿਰ ਅਸੀਂ ਜਿਹੜੀਆਂ ਟੱਕ ਵਿੱਚ 2 ਮੋਟਰਾਂ ਲਗਾਈਆਂ ਸਨ ਉਹ ਮੋਟਰਾਂ ਵੀ ਬੈਠ ਗਈਆਂ। ਕਹਿੰਦੇ ਹਨ ਕਿ ਇਦਾਂ ਵਿਗਣ ਹੀ ਪੈਂਦਾ ਗਿਆ। ਅਸੀਂ ਬੜੇ ਪਰੇਸ਼ਾਨ ਹੋਏ। ਅਸੀਂ ਇੱਕ ਸਾਧੂ ਮਹਾਂਪੁਰਸ਼ਾਂ ਦੇ ਕੋਲ ਗਏ। ਉਹਨਾਂ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ, ਮਹਾਰਾਜ ਦੀ ਬਾਣੀ ਦਾ ਜਾਪ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਕਹਿੰਦੇ ਅਸੀਂ ਮਹਾਰਾਜ ਦੀ ਕਿਰਪਾ ਨਾਲ ਸੋਚਿਆ ਕਿ ਚਲੋ ਅਸੀਂ ਪਾਠ ਵੀ ਕਰਵਾਇਆ, ਪਰ ਕੋਈ ਖੇਡ ਨਹੀਂ ਬਣੀ। ਅੱਜ ਕੱਲ੍ਹ ਸਾਡੇ ਲੋਕ ਐਵੇਂ ਹੀ ਕਰਦੇ ਹਨ। ਅਖੰਡ ਪਾਠ ਸਾਹਿਬ ਕਰਵਾ ਲਿਆ, ਕਿਸੇ ਨੇ ਕਿਹਾ ਤਾਂ ਕਰਵਾਇਆ। ਆਪਣੀ ਕੋਈ ਇੱਛਾ ਨਹੀਂ ਹੁੰਦੀ ਇਸ ਪ੍ਰਤੀ ਕਿ ਆਪਣੇ ਦਿਲ ਵਿੱਚ ਉਹਨਾਂ ਦੇ ਲਈ ਕੋਈ ਪਿਆਰ ਨਹੀਂ ਹੁੰਦਾ ਕਿ ਅਸੀਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਘਰ ਵਿੱਚ ਪਵਾਈਏ। ਮਹਾਰਾਜ ਕਿਰਪਾ ਕਰਨਗੇ। ਇਹ ਆਪਣਾ ਮਨ ਨਹੀਂ ਮੰਨਿਆ, ਇਹ ਕਿਸੇ ਨੇ ਕਿਹਾ ਤਾਂ ਕੀਤਾ। ਇਸ ਕਰਕੇ ਉਹਦੇ ਵਿੱਚ ਸਾਧ ਸੰਗਤ ਜੀ ਕਦੇ ਵੀ ਬਰਕਤ ਨਹੀਂ ਪੈਂਦੀ। ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ ਜਿਹੜੇ ਸਨ, ਸਾਲ ਦੇ ਵਿੱਚ 2 ਵਾਰ ਪਾਠ ਕਰਵਾਇਆ ਕਰਦੇ ਸਨ। ਖੁਸ਼ੀ ਦੇ ਹੀ ਪਾਠ ਕਰਵਾਉਂਦੇ ਸਨ ਕਿ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰੋ, ਸਾਡੇ ਘਰ ਵਿੱਚ ਚਰਨ ਪਾਓ। ਖੁਸ਼ੀ ਕਰਕੇ ਪਾਠ ਕਰਵਾਉਂਦੇ ਸੀ। ਅੱਜ ਸਾਡੇ ਘਰ ਵਿੱਚ ਜੇ ਪਾਠ ਹੁੰਦਾ ਹੈ ਤੇ ਕਿਸੇ ਦੀ ਮੌਤ ਹੋ ਗਈ ਤਾਂ ਕਰਵਾਉਂਦੇ ਹਾਂ, ਜਾਂ ਫਿਰ ਕਿਸੇ ਦਾ ਵਿਆਹ ਹੋਵੇ ਤਾਂ ਕਰਵਾਉਂਦੇ ਹਾਂ। ਉਸ ਤੋਂ ਇਲਾਵਾ ਅਸੀਂ ਕਦੇ ਵੀ ਕਿਸੇ ਘਰ ਸੱਦ ਕੇ ਨਹੀਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ। ਮਹਾਰਾਜ ਦੇ ਚਰਨ ਨਹੀਂ ਆਪਣੇ ਘਰ ਵਿੱਚ ਪਵਾਉਂਦੇ। ਤੇ ਫਿਰ ਸਾਧ ਸੰਗਤ ਜੀ ਅਸੀਂ ਕਿਵੇਂ ਸੋਚਦੇ ਹਾਂ ਕਿ ਸਾਡੇ ਸਾਰੇ ਹੀ ਕਾਰਜ ਸਿੱਧ ਹੋ ਜਾਣ। ਕਹਿੰਦੇ ਕਿ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਜਦੋਂ ਉਹਨਾਂ ਨੂੰ ਕਿਸੇ ਮਹਾਂਪੁਰਸ਼ ਨੇ ਕਿਹਾ ਤਾਂ ਹੀ ਉਹਨਾਂ ਨੇ ਪਾਠ ਕਰਵਾਇਆ, ਤਾਂ ਉਹ ਸਫਲ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ। ਕਹਿੰਦੇ ਕਿ ਅਸੀਂ ਇੱਦਾਂ ਹੀ ਗੁਰੂ ਘਰ ਜਾ ਕੇ ਅਰਦਾਸਾਂ ਬੇਨਤੀਆਂ ਫਿਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿਣ ਲੱਗੇ, ਭਾਈ ਸਾਹਿਬ ਕਿ ਸਾਡੇ ਘਰ ਦੇ ਵਿੱਚ ਜਿਹੜੀ ਮਾਤਾ ਸੀ ਉਹ ਡੇਲੀ ਗੁਰੂ ਘਰ ਵਿੱਚ ਜਾਣ ਲੱਗ ਪਈ। 4 ਵਜੇ ਉਸਨੇ ਮਨੇਰੇ ਜਾਣਾ। ਕਹਿੰਦੇ ਕਿ ਅਜੇ 5-7 ਦਿਨ ਹੀ ਹੋਏ ਸੀ ਉਸਨੂੰ ਜਾਂਦਿਆਂ ਨੂੰ ਗੁਰੂ ਘਰ। ਕਹਿੰਦੇ ਹਨ ਕਿ ਸਾਡੇ ਪਿੰਡ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਸ਼ ਖਾਲਸਾ ਜੀ ਆਏ ਹੋਏ ਸਨ, ਜਿਹਨੂੰ ਕਹਿੰਦੇ ਹਨ ਕਿ ਜਦੋਂ ਸਤਿਗੁਰ ਪਾਤਸ਼ਾਹ ਜੀ ਦੀ ਮਿਹਰ ਹੋਣੀ ਹੁੰਦੀ ਹੈ ਤਾਂ ਉਹ ਬਿਧ ਵੀ ਆਪ ਹੀ ਬਣਾ ਦਿੰਦੇ ਹਨ। ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਗੁਰਸਿੱਖ ਦਾ ਮੇਲ ਕਰਾਉਂਦੇ ਹਨ। ਕਹਿੰਦੇ ਕਿ 2 ਸਿੰਘ ਨਿਹੰਗ ਸਿੰਘ ਸੀ ਜਿਹੜੇ, ਉਹ ਸਾਡੇ ਘਰ ਆਏ। ਅਸੀਂ ਉਹਨਾਂ ਨੂੰ ਜਲ ਪਾਣੀ ਪੁੱਛਿਆ, ਜਲ ਪਾਣੀ ਉਹਨਾਂ ਨੇ ਛਕਿਆ। ਉਹਨਾਂ ਨੇ ਪੁੱਛਿਆ ਕਿ ਕੀ ਕਾਰੋਬਾਰ ਕਰਦੇ ਹੋ, ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹਨਾਂ ਦੇ ਜਾਣਾ ਹੈ। ਉਹ ਤਾਂ ਗਲਤੀ ਨਾਲ ਸਾਡੇ ਘਰ ਆ ਗਏ ਸੀ, ਵੈਸੇ ਉਹਨਾਂ ਨੇ ਕਿਸੇ ਹੋਰ ਘਰੇ ਜਾਣਾ ਸੀ। ਕਈ ਕਾਰ ਸੇਵਾ ਵਾਲੇ ਜਿੱਦਾਂ ਬਥੂਈਆਂ ਪਾਈਆਂ ਹੁੰਦੀਆਂ ਹਨ, ਨਿਹੰਗ ਸਿੰਘ ਵਰਗੇ ਉਹ 2 ਬਜ਼ੁਰਗ ਸਨ। ਜਦੋਂ ਚਾਹ ਪਾਣੀ ਉਹਨਾਂ ਨੇ ਛਕ ਲਿਆ, ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਫਲਾਣੇ ਦੇ ਪੁੱਤ ਪੋਤਰੇ ਹੋ। ਅਸੀਂ ਆਖਿਆ ਕਿ ਨਹੀਂ। ਉਹ ਬੜਾ ਹੱਸੇ ਕਿ ਅਸੀਂ ਲੱਗਦਾ ਕਿਸੇ ਗਲਤ ਘਰ ਵਿੱਚ ਆ ਚੁੱਕੇ ਹਾਂ। ਅਸੀਂ ਕਿਹਾ ਕਿ ਕੋਈ ਗੱਲ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਪਿਆਰੇ ਹੋ, ਸਾਨੂੰ ਮਹਾਰਾਜ ਨੇ ਸੇਵਾ ਦਾ ਮੌਕਾ ਬਖਸ਼ਿਆ ਹੈ। ਉਹ ਕਹਿੰਦੇ, ਦੱਸੋ ਭਾਈ, ਅਸੀਂ ਤੁਹਾਡੇ ਘਰੋਂ ਹੁਣ ਜਲ ਪਾਣੀ ਛਕਿਆ, ਕੀ ਅਰਦਾਸ ਕਰੀਏ? ਤੇ ਕਹਿੰਦੇ ਕਿ ਅਸੀਂ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡਾ ਕੰਮ ਬਹੁਤ ਚੰਗਾ ਸੀ, ਪਰ ਹੁਣ ਵਿਘਨ ਪੈ ਰਹੇ ਹਨ। ਸਾਡਾ ਕੰਮ ਸਾਰਾ ਹੀ ਡਾਊਨ ਹੋ ਚੁੱਕਾ ਹੈ, ਕਿਰਪਾ ਕਰੋ। ਇੱਦਾਂ ਫਿਰ ਨਿਹੰਗ ਸਿੰਘਾਂ ਨੇ ਅਰਦਾਸ ਬੇਨਤੀ ਕੀਤੀ ਤੇ ਸਾਨੂੰ ਕਹਿੰਦੇ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਜਾ ਕੇ ਜੋਤ ਵਿੱਚ ਘਿਓ ਪਾ ਕੇ ਆਓ ਤੇ ਸ਼ਹੀਦਾਂ ਸਾਹਿਬ ਜਾ ਕੇ ਚੁਪਹਿਰੇ ਕੱਟੋ, ਮਹਾਰਾਜ ਤੁਹਾਡੇ ਉੱਪਰ ਕਿਰਪਾ ਕਰਨਗੇ। ਕਹਿੰਦੇ ਅਸੀਂ ਪਲਾਨ ਕੀਤਾ। ਅਸੀਂ 2 ਭਰਾ ਸਕੇ ਸੀ। ਅਸੀਂ ਆਖਿਆ ਕਿ ਇੱਕ ਚੁਪਹਿਰਾ ਤੂੰ ਜਾਇਆ ਕਰੇਂਗਾ, ਇੱਕ ਚੁਪਹਿਰਾ ਕੱਟਣ ਲਈ ਮੈਂ ਜਾਇਆ ਕਰਾਂਗਾ। ਅਸੀਂ ਕਹਿੰਦੇ ਕਿ ਇੱਦਾਂ ਚੁਪਹਿਰੇ ਸ਼ੁਰੂ ਕਰ ਲਏ। 5 ਚੁਪਹਿਰੇ ਪੂਰੇ ਹੋ ਗਏ। 6ਵੇਂ ਚੁਪਹਿਰੇ ਤੇ ਅਸੀਂ ਆਖਿਆ ਕਿ 5 ਨਹੀਂ ਕਰਨੇ, ਅਸੀਂ ਖੁੱਲੇ ਕਰਨੇ ਹਨ। ਜਦੋਂ ਮਹਾਰਾਜ ਦੀ ਮਿਹਰ ਹੋਵੇਗੀ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆਪਾਂ ਕਹਿਣਾ ਹੈ ਕਿ ਮਹਾਰਾਜ ਜੀ ਹੁਣ ਤੁਹਾਡੀ ਕਿਰਪਾ ਹੋ ਗਈ ਹੈ। ਕਹਿੰਦੇ ਕਿ ਜਦੋਂ ਮੈਂ ਚੁਪਹਿਰਾ ਕੱਟ ਕੇ ਮਹਾਰਾਜ ਦੇ ਦਰ ਤੋਂ ਘਰ ਪਹੁੰਚਿਆ, ਕਹਿੰਦਾ ਅਸੀਂ ਰਾਤ ਸ਼ਾਮੀ ਬੈਠ ਕੇ ਗੱਲਾਂ ਕਰ ਰਹੇ ਸੀ ਕਿ ਇੱਦਾਂ ਉੱਥੇ ਬਹੁਤ ਸੰਗਤ ਆਉਂਦੀ ਹੈ, ਬੜੇ ਮਹਾਰਾਜ ਦਾ ਨਾਮ ਪਿਆਰ ਦੇ ਨਾਲ ਜਪਦੇ ਹਨ,
ਸਾਰੇ ਬਾਣੀ ਪੜ੍ਹਦੇ ਹਨ। ਗਰਮੀ ਦੇ ਵਿੱਚ ਸਭ ਸੰਗਤਾਂ ਬੈਠ ਕੇ ਉੱਥੇ ਚੁਪਹਿਰੇ ਕੱਟਦੀਆਂ ਹਨ। ਤੇ ਕਹਿੰਦਾ ਕਿ ਜਦੋਂ ਮੈਂ ਰਾਤ ਸੁੱਤਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇੱਦਾਂ ਨਾਮ ਜਪਦਾ ਹੀ ਮੈਂ ਸੌਂ ਗਿਆ। ਕਹਿੰਦਾ ਸੁਪਨੇ ਦੇ ਵਿੱਚ ਨਿਹੰਗ ਸਿੰਘ ਦੇ ਦਰਸ਼ਨ ਹੁੰਦੇ ਹਨ। ਉਹ ਘੋੜੇ ਤੇ ਚੜੇ ਹੁੰਦੇ ਹਨ, ਹੱਥ ਵਿੱਚ ਉਹਨਾਂ ਨੇ ਬਰਸ਼ਾ ਫੜਿਆ ਹੋਇਆ ਹੈ ਤੇ ਮੈਨੂੰ ਆ ਕੇ ਉਠਾ ਰਹੇ ਹੁੰਦੇ ਹਨ। ਜਿਹੜੀ ਮੰਜੀ ਤੇ ਮੈਂ ਸੁੱਤਾ ਸੀ ਉਸੇ ਬੈੱਡ ਦੇ ਕੋਲ ਆ ਕੇ ਉਹਨਾਂ ਨੇ ਆਪਣਾ ਘੋੜਾ ਖਿਲਾਰ ਲਿਆ ਤੇ ਮੈਨੂੰ ਉਠਾ ਰਹੇ ਹਨ। ਮੈਨੂੰ ਇੱਦਾਂ ਲੱਗ ਰਿਹਾ ਹੈ ਕਿ ਮੈਂ ਰੀਅਲ ਵਿੱਚ ਸਭ ਕੁਝ ਦੇਖ ਰਿਹਾ ਹਾਂ। ਕਹਿੰਦੇ ਕਿ ਉਹ ਮੈਨੂੰ ਕਹਿਣ ਲੱਗੇ, ਉੱਠ ਭਲਿਆ ਪੁਰਸ਼ਾ, ਤੈਨੂੰ ਰਸਤਾ ਦਸੀਏ। ਕਹਿੰਦੇ ਮੈਂ ਉੱਠਿਆ, ਹੱਥ ਜੋੜੇ ਤੇ ਮੈਨੂੰ ਜਿੱਦਾਂ ਸੁਪਨੇ ਦੇ ਵਿੱਚ ਹੀ ਇੱਦਾਂ ਫੀਲ ਹੋਇਆ ਕਿ ਜਿੱਦਾਂ ਮੈਂ ਉਹਨਾਂ ਨੂੰ ਜਾਣਦਾ ਹੋਵਾਂ। ਮੈਂ ਉਹਨਾਂ ਕੋਲੋਂ ਬਿਲਕੁਲ ਵੀ ਨਾ ਡਰਿਆ। ਉਹ ਕਹਿਣ ਲੱਗੇ, ਭਲਿਆ ਪੁਰਸ਼ਾ, ਤੈਨੂੰ ਰਸਤਾ ਦੱਸਣ ਆਏ ਹਾਂ। ਕਹਿੰਦੇ ਕਿ ਮੈਂ ਬੇਨਤੀ ਕੀਤੀ, ਮਹਾਰਾਜ ਜੀ ਦੱਸੋ, ਕਿਰਪਾ ਕਰੋ। ਕਹਿੰਦੇ ਕਿ ਕੀ ਚਾਹੁੰਦਾ ਹੈ ਤੂੰ? ਕਹਿੰਦੇ ਮਹਾਰਾਜ ਮੈਂ ਇਹੋ ਜਿਹਾ ਚਾਹੁੰਦਾ ਹਾਂ ਕਿ ਸਾਡਾ ਕੰਮ ਫਿਰ ਸਹੀ ਹੋ ਜਾਵੇ ਜਿਸ ਵਿੱਚ ਵਿਘਨ ਪੈ ਰਹੇ ਹਨ। ਤੇ ਉਹ ਕਹਿਣ ਲੱਗੇ ਕਿ ਇੰਨੇ ਨੰਬਰ ਤੇਰੀ ਦੁਕਾਨ ਹੈ, ਇੰਨੇ ਨੰਬਰ ਦੁਕਾਨ ਵਿੱਚ ਤੁਸੀਂ ਕੰਧ ਨੂੰ ਕੱਢ ਦਿਓ। ਉਹ ਜੋ 2 ਦੁਕਾਨਾਂ ਵਿਚਲੀ ਕੰਧ ਹੈ ਉਸ ਨੂੰ ਤੁਸੀਂ ਢਾਹ ਦਿਓ। ਜਦੋਂ ਤੁਸੀਂ ਉਸ ਨੂੰ ਹਟਾਓਗੇ ਉਹਦੇ ਵਿੱਚੋਂ ਜੋ ਵੀ ਨਿਕਲੇਗਾ ਉਸ ਨੂੰ ਤੁਸੀਂ ਜਲ ਪ੍ਰਵਾਹ ਕਰ ਦਿਓ, ਤੁਹਾਡੇ ਤੇ ਕਿਰਪਾ ਹੋ ਜਾਵੇਗੀ। ਤੇ ਨਾਲ ਹੀ ਕਹਿਣ ਲੱਗੇ ਕਿ ਤੁਸੀਂ ਹਰ ਰੋਜ਼ ਜਪਜੀ ਸਾਹਿਬ ਦੇ 5 ਪਾਠ ਅਲਾਹਿਦਾ ਕਰਨੇ ਹਨ। ਕਹਿੰਦੇ ਕਿ ਮੈਂ 2:30 ਵਜੇ ਰਾਤ ਉੱਠਿਆ ਤੇ ਉੱਠ ਕੇ 5 ਇਸ਼ਨਾਨਾ ਕੀਤਾ ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਫਿਰ ਕਹਿੰਦਾ ਕਿ ਮੈਨੂੰ ਆਪਣਾ ਸੁਪਨਾ ਚੇਤੇ ਆਉਣ ਲੱਗ ਪਿਆ ਕਿ ਬਾਬਾ ਜੀ ਨੇ ਮੈਨੂੰ ਕਿਹਾ ਸੀ ਕਿ 5 ਪਾਠ ਕਰਨੇ ਹਨ ਤੇ ਸੋਚਿਆ ਕਿ ਮੈਂ ਹੁਣ ਹੀ ਕਰ ਲਵਾਂ। ਤੇ ਕਹਿੰਦੇ ਕਿ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੈਨੂੰ ਰਾਤ ਸੁਪਨਾ ਆਇਆ ਸੀ ਤੇ ਉਹ ਮੈਨੂੰ ਰਸਤਾ ਦੱਸਣ ਆਏ ਸੀ ਤੇ ਉਹਨਾਂ ਨੇ ਮੈਨੂੰ ਆਹ ਗੱਲ ਆਖੀ ਹੈ। ਤੇ ਕਹਿੰਦਾ ਕਿ ਸਾਡੇ ਘਰ ਦਾ ਅੱਧਾ ਪਰਿਵਾਰ ਕਹਿੰਦਾ ਸੀ ਕਿ ਚਲੋ ਕਰਕੇ ਵੇਖਦੇ ਹਾਂ, ਕੰਧ ਨੂੰ ਢਾਹ ਕੇ ਵੇਖਦੇ ਹਨ, ਕਿਉਂਕਿ ਇਹ ਬਚਨ ਬਾਬਾ ਜੀ ਦੇ ਹਨ ਤੇ ਸਾਨੂੰ ਬਚਨਾਂ ਨੂੰ ਮੰਨਣਾ ਚਾਹੀਦਾ ਹੈ। ਤੇ ਕਈ ਵਿੱਚੋਂ ਕਹਿੰਦੇ ਕਿ ਨਹੀਂ, ਇਸ ਨਾਲ ਕੁਝ ਵੀ ਨਹੀਂ ਹੋਵੇਗਾ। ਕਹਿੰਦੇ ਕਿ ਅਸੀਂ ਚੁਪਹਿਰਾ ਕੱਟਦੇ ਹਾਂ, ਪਤਾ ਨਹੀਂ ਕੀ ਬਾਬਾ ਦੀਪ ਸਿੰਘ ਜੀ ਨੇ ਸਾਡੇ ਤੇ ਕੋਈ ਕਿਰਪਾ ਹੀ ਕਰ ਦਿੱਤੀ ਹੋਵੇ। ਕਹਿੰਦਾ ਕਿ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੈਨੂੰ ਇੱਕ ਵਾਰ ਸੁਪਨਾ ਹੋਰ ਆਵੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਮੈਂ ਇਹ ਕੰਮ ਕਰਾਂ ਜਾਂ ਨਾ ਕਰਾਂ, ਕਿਉਂਕਿ ਉਹ ਪਰਿਵਾਰ ਸਾਰਾ ਜੱਕੋ ਤੱਕੇ ਵਿੱਚ ਹੀ ਪਿਆ ਹੋਇਆ ਸੀ। ਕਹਿੰਦੇ ਸਵੇਰੇ ਉੱਠ ਕੇ ਮੈਂ ਪਰਿਵਾਰ ਨੂੰ ਕਿਹਾ ਵੀ ਭਾਈ ਮੈਂ ਤੈਨੂੰ ਕਿਹਾ ਸੀ ਨਾ ਅਗਲਾ ਚੁਪਹਿਰਾ ਜਦੋਂ ਕੱਟੂੰਗਾ ਉਸ ਤੋਂ ਬਾਅਦ ਮੈਨੂੰ ਫਿਰ ਸੁਪਨਾ ਆਵੇਗਾ। ਅਸੀਂ ਗਏ, ਅਸੀਂ ਆਪਣੀ ਦੁਕਾਨ ਦੀ ਉਹ ਕੰਧ ਢਾਈ। ਕਹਿੰਦੇ ਜਦ ਉਹ ਕੰਧ ਅਸੀਂ ਢਾਈ ਉਸ ਵਿੱਚੋਂ ਹੱਡੀਆਂ ਨਿਕਲੀਆਂ। ਉਹ ਕਹਿੰਦੇ ਜਦੋਂ ਹੱਡੀਆਂ ਵੱਖ-ਵੱਖ ਜਗ੍ਹਾ ਤੋਂ ਨਿਕਲੀਆਂ ਤੇ ਇੱਕ ਇੱਟ ਵੀ ਇਹੋ ਜਿਹੀ ਨਿਕਲੀ ਜਿਸ ਉੱਪਰ ਜਿੱਦਾਂ ਬਾਹਰੋਂ ਉਹ ਇੱਟ ਵਰਗੀ ਲੱਗਦੀ ਸੀ ਪਰ ਅੰਦਰੋਂ ਉਹ ਖਾਲੀ ਸੀ। ਉਹਦੇ ਵਿੱਚ ਕੁਝ ਪੇਪਰ ਸੀਗੇ ਜਿਹਦੇ ਵਿੱਚ ਕੁਝ ਪਤਾ ਨਹੀਂ ਕੀ ਲਿਖਿਆ ਹੋਇਆ ਸੀ ਤੇ ਉਸ ਉੱਪਰ ਮੌਲੀ ਲਵੇਟੀ ਹੋਈ ਸੀ। ਕਹਿੰਦੇ ਕਿ ਅਸੀਂ ਸਾਰਾ ਹੀ ਸਮਾਨ ਜਲ ਪ੍ਰਵਾਹ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ। 1 ਹਫ਼ਤੇ ਦੇ ਵਿੱਚ ਸਾਡਾ ਸਾਰਾ ਹੀ ਕਾਰੋਬਾਰ ਸ਼ੁਰੂ ਹੋ ਗਿਆ। ਐਸੀ ਰਹਿਮਤ ਹੋਈ ਜਿੱਦਾਂ ਦਾ ਹਾਲ ਸਾਡਾ ਪਹਿਲਾਂ ਸੀਗਾ ਉੱਦਾਂ ਦਾ ਹੀ ਸਾਡਾ ਹਾਲ ਹੁਣ ਹੋ ਗਿਆ। ਸਭ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਹੋਇਆ। ਸਾਰੀਆਂ ਦੁਕਾਨਾਂ ਚੱਲਣ ਲੱਗ ਪਈਆਂ, ਕਾਰੋਬਾਰ ਚੱਲ ਪਿਆ। ਹੌਲੀ ਹੌਲੀ ਅਸੀਂ ਉਸੇ ਹੀ ਜਗ੍ਹਾ ਤੇ ਆ ਗਏ। ਇੰਨੇ ਨੂੰ ਅਸੀਂ ਬਾਬਾ ਜੀ ਦੇ 5 ਪਾਠ ਕਰਨੇ ਕਦੇ ਵੀ ਨਹੀਂ ਛੱਡੇ। ਕਹਿੰਦਾ ਕਿ ਅਸੀਂ 5 ਅਖੰਡ ਪਾਠ ਸਾਹਿਬ ਕਰਵਾਏ ਤੇ ਸਾਡੇ ਉੱਤੇ ਇੰਨੀ ਮਿਹਰ ਹੋਈ ਕਿ ਅਸੀਂ ਅੰਮ੍ਰਿਤ ਛਕ ਲਿਆ। ਫਿਰ ਮੇਰੇ ਛੋਟੇ ਭਰਾ ਤੇ ਵੀ ਮਿਹਰ ਹੋਈ, ਉਸਨੇ ਵੀ ਅੰਮ੍ਰਿਤ ਛਕਿਆ। ਫਿਰ ਜਿਹੜੀਆਂ ਸਾਡੇ ਘਰ ਦੀਆਂ ਬੀਬੀਆਂ ਸਨ ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ। ਮਹਾਰਾਜ ਦੀ ਕਿਰਪਾ ਨਾਲ ਗੁਰਸਿੱਖੀ ਘਰ ਵਿੱਚ ਆ ਗਈ। ਇੱਦਾਂ ਕਹਿੰਦੇ ਕਿ ਉਹ ਵੀਰ ਕਹਿੰਦਾ ਹੈ ਕਿ ਮੈਂ ਸੱਚ ਮੰਨਦਾ ਹਾਂ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਦਰਸ਼ਨ ਦੇ ਕੇ ਰਸਤਾ ਦੱਸਿਆ। ਅਸੀਂ ਹੈਰਾਨ ਸਾਂ ਜਦੋਂ ਉਹ ਹੱਡੀਆਂ ਨਿਕਲੀਆਂ ਤੇ ਇਹ ਕਿੱਦਾਂ ਨਿਕਲ ਆਈਆਂ। ਕਹਿੰਦੇ ਸਾਡੀ ਮਾਤਾ ਜਿਹੜੀ ਸੀ ਉਹ ਕਹਿੰਦੀ ਕਿ ਬਾਪੂ ਜੀ ਜਦੋਂ ਪੂਰੇ ਹੋ ਗਏ ਸਨ ਪਰ ਉਹਨਾਂ ਨੇ ਹੀ ਇਹ ਦੁਕਾਨਾਂ ਬਣਵਾਈਆਂ ਸਨ। ਆਪ ਉੱਥੇ ਬਹਿ ਕੇ ਦੁਕਾਨਾਂ ਮਿਸਤਰੀਆਂ ਕੋਲ ਬਣਾਈਆਂ ਸੀ ਪਰ ਇਹ ਪਤਾ ਨਹੀਂ ਕੀ ਭਾਣਾ ਵਰਤਿਆ। ਉਹ ਪਰਿਵਾਰ ਦੱਸਦਾ ਹੈ ਕਿ ਐਦਾਂ ਸਾਡੇ ਉੱਪਰ ਸ਼ਹੀਦ ਸਿੰਘਾਂ ਦੀ ਕਿਰਪਾ ਹੋਈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਗਏ ਤੇ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਖੁਸ਼ ਕੀਤਾ
ਬਾਬਾ ਦੀਪ ਸਿੰਘ ਜੀ ਦੇ ਦਰ ਉੱਪਰ ਜਾ ਕੇ ਸਾਰਾ ਹੀ ਪਰਿਵਾਰ ਚੁਪਹਿਰਾ ਸਾਹਿਬ ਕੱਟਣ ਲੱਗਾ। ਉਹਨਾਂ ਦੀਆਂ ਇੰਜ ਝੋਲੀਆਂ ਭਰੀਆਂ ਬਾਬਾ ਦੀਪ ਸਿੰਘ ਜੀ ਨੇ। ਸਾਧ ਸੰਗਤ ਜੀ, ਬਾਬਾ ਜੀ ਪ੍ਰਤੀ ਹਿਰਦੇ ਵਿੱਚੋਂ ਪ੍ਰੇਮ ਪਿਆਰ ਤੇ ਸ਼ਰਧਾ ਹੋਣੀ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।